ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਕਾਬਲ ਦਾ ਸੂਬਾ ਲੱਲਾ ਬੇਗ ਸ਼ਾਹਜਹਾਂ ਬਾਦਸ਼ਾਹ ਦਾ ਭੇਜਿਆ ਹੋਇਆ 35 ਲੱਖ ਸੈਨਾ ਲੈ ਕਰਕੇ 35,000 ਮੁਗਲ ਸੈਨਾ ਲੈ ਕਰਕੇ ਚੜ੍ਹ ਕੇ ਆਇਆ। ਬਾਦਸ਼ਾਹ ਸ਼ਾਹਜਹਾਂ ਨੇ ਕਿਹਾ ਕਿ ਰਾਹ ਵਿੱਚ ਦੇਰੀ ਨਾ ਕਰਨੀ, ਛੇਤੀ ਸ਼ੀਘਰਤਾ ਦੇ ਨਾਲ ਜਾਓ, ਜਾ ਕੇ ਘੇਰਾ ਪਾ ਲਓ। ਗੁਰੂ ਸਾਹਿਬ ਜੀ ਨੂੰ ਅਵਲ ਤਾਂ ਜਿਉਂਦਿਆਂ ਫੜ ਕੇ ਲਿਆਓ, ਨਹੀਂ ਤਾਂ ਮਾਰ ਦੇਣਾ। ਜਿਉਂਦਿਆਂ ਫੜ ਕੇ ਲਿਆਓਗੇ ਤੁਹਾਡਾ ਮਰਤਬਾ ਵੱਡਾ ਉੱਚਾ ਅਹੁਦਾ ਕਰ ਦਿੱਤਾ ਜਾਏਗਾ, ਮਾਨ ਸਨਮਾਨ ਦੂਣਾ ਚੌਣਾ ਕਰ ਦਿਆਂਗਾ। ਇਸ ਤਰ੍ਹਾਂ ਜਦੋਂ ਚੱਲਿਆ ਲਾਹੌਰੋਂ ਚੱਲ ਕਰਕੇ ਨਦੀ ਪਾਰ ਕਰਕੇ ਜਦੋਂ ਆਏ ਮਾਲਵੇ ਦੇ ਜੰਗਲਾਂ 'ਚ, ਅਤੇ ਉੱਥੇ ਪਾਲੇ ਦੇ ਨਾਲ ਹੱਥ ਪੈਰ ਠਰੇ ਹੋਏ ਹਨ, ਭੁੱਖੇ ਤਿਹਾਏ। ਉਹ ਵਿਚਾਰੇ ਬੜੇ ਔਖੇ ਹੋ ਕੇ ਨਦੀ ਪਾਰ ਲੰਘ ਕੇ ਆਏ। ਆਉਂਦਿਆਂ ਪਹਿਲਾਂ ਇੱਕ ਹਸਨ ਖਾਨ ਨਾਮੇ ਦੂਤ ਸੀ, ਉਸ ਨੂੰ ਭੇਜਿਆ ਕਿ ਜਾਓ ਗੁਰੂ ਸਾਹਿਬ ਜੀ ਦਾ ਡੇਰਾ ਕਿੱਥੇ ਹੈ, ਕਿੰਨੀ ਕੁ ਫੌਜ ਹੈ, ਕਿੰਨਾ ਅਸਲਾ ਹੈ, ਸਭ ਪਤਾ ਕਰਕੇ ਲੈ ਕੇ ਆਓ। ਤਾਂ ਹਸਨ ਖਾਨ ਦੂਤ ਲੱਲਾ ਬੇਗ ਦਾ ਭੇਜਿਆ ਹੋਇਆ ਆਇਆ। ਉਹ ਸਭ ਤੋਂ ਪਹਿਲਾਂ ਜੋਧ ਰਾਏ ਦੇ ਖੇਮੇ ਵਿੱਚ ਗਿਆ। ਜੋਧ ਰਾਏ ਨੇ ਬਗਾਨਾ ਬੰਦਾ ਜਾਣ ਕਰਕੇ ਫੜ ਲਿਆ। ਪੁੱਛਣ 'ਤੇ ਕੁਝ ਨਾ ਬੋਲਿਆ ਅਤੇ ਮੁਸਕਾਂ ਬੰਨ ਕਰਕੇ ਚੰਗੀ ਕੁਟਾਈ ਕੀਤੀ। ਫਿਰ ਉਹ ਗੁਰੂ ਦੀ ਦੁਹਾਈ ਪਾਉਣ ਲੱਗਿਆ, ਹੇ ਗੁਰੂ ਸਾਹਿਬ ਜੀ ਮੈਨੂੰ ਛੁਡਾ ਲਓ। ਤਾਂ ਗੁਰੂ ਸਾਹਿਬ ਜੀ ਆਵਾਜ਼ ਸੁਣ ਕਰਕੇ ਭਾਈ ਬਿਧੀ ਚੰਦ ਨੂੰ ਭੇਜਿਆ ਕਿ ਮੁਸਕਾਂ ਖੁਲਵਾ ਦਿਓ, ਛੁਡਾ ਦਿਓ। ਅਤੇ ਪੁੱਛਿਆ ਕਿ ਤੂੰ ਕੌਣ ਹੈ, ਕਿਸ ਵਾਸਤੇ ਆਇਆ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਹਸਨ ਖਾਨ ਦੂਤ ਦਾ ਮਨ ਬਦਲ ਗਿਆ। ਆਖਣ ਲੱਗਿਆ, ਮਹਾਰਾਜ ਮੈਂ ਲੱਲਾ ਬੇਗ ਦਾ ਭੇਜਿਆ ਹੋਇਆ ਦੂਤ ਹਾਂ। ਮੈਂ CID ਕਰਨ ਆਇਆ ਸੀ, ਪਤਾ ਲੈਣ ਆਇਆ ਸੀ ਕਿ ਆਪ ਜੀ ਦੇ ਪਾਸ ਕਿੰਨੀ ਕੁ ਫੌਜ ਹੈ, ਕਿੰਨਾ ਅਸਲਾ ਹੈ, ਕਿੱਥੇ ਡੇਰਾ ਹੈ, ਸਭ ਕੁਝ ਮੈਂ ਪਤਾ ਕਰ ਲਿਆ। ਫਿਰ ਤੁਹਾਡੇ ਸੂਰਮਿਆਂ ਨੇ ਸਾਨੂੰ ਫੜ ਲਿਆ, ਬਹੁਤ ਕੁਟਾਪਾ ਚਾੜਿਆ। ਮਹਾਰਾਜ ਮੈਨੂੰ ਬਖਸ਼ ਲਓ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਸ਼ਰਨਾਗਤ ਬਣ ਕੇ ਆਇਆ ਹਾਂ। ਤੁਸੀਂ ਚਾਹੋ ਤਾਂ ਮੈਨੂੰ ਮਾਰੋ, ਚਾਹੇ ਬਖਸ਼ੋ, ਇਹ ਆਪ ਜੀ ਦੀ ਮਰਜ਼ੀ ਹੈ। ਗੁਰੂ ਸਾਹਿਬ ਜੀ ਨੇ ਆਪਣੇ ਕੋਲੋਂ ਪੱਗ ਦਬਾ ਕੇ ਉਸ ਨੂੰ ਕਿਹਾ ਕਿ ਦੱਸ ਲੱਲਾ ਬੇਗ
ਦੇ ਪਾਸ ਕਿੰਨੀ ਸੈਨਾ ਹੈ ਉਸ ਦੇ ਨਾਲ ਔਰ ਕਦੋਂ ਤੱਕ ਇੱਥੇ ਪਹੁੰਚ ਜਾਏਗੀ। ਉਸਨੇ ਸਾਰੀ ਗੱਲ ਦੱਸੀ। 35,000 ਸੈਨਾ ਲੈ ਕੇ ਚੜ੍ਹ ਕੇ ਆ ਰਿਹਾ ਹੈ ਔਰ ਛੇਤੀ ਪੁੱਜਣ ਵਾਲਾ ਹੈ। ਤੇ ਜਾ ਕੇ ਖਬਰ ਕਰ ਕਿ ਅਸੀਂ ਤਿਆਰ ਬੈਠੇ ਹਾਂ ਜੰਗ ਕਰਨ ਵਾਸਤੇ। ਇਹ ਜਦੋਂ ਜਾਂਦਾ ਹੈ ਔਰ ਜਦੋਂ ਗੁਰੂ ਸਾਹਿਬ ਜੀ ਦੀ ਸਿਫਤ ਕਰਦਾ ਹੈ, ਲੱਲਾ ਬੇਗ ਇਸ ਨੂੰ ਮਾਰ ਕੇ ਭਜਾ ਦਿੰਦਾ ਹੈ। ਫਿਰ ਇਹ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਦੁਬਾਰਾ ਆਉਂਦਾ ਹੈ। ਗੁਰੂ ਸਾਹਿਬ ਜੀ ਉਸ ਨੂੰ ਰੱਖ ਲੈਂਦੇ ਹਨ ਆਪਣੀ ਸ਼ਰਨ ਵਿੱਚ, ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਗੁਰੂ ਸਾਹਿਬ ਜੀ ਦਾ ਬਿਰਧ ਹੈ। ਭਾਵੇਂ ਦੁਸ਼ਮਣ ਵੀ ਆ ਜਾਵੇ ਉਸ ਨੂੰ ਵੀ ਪਨਾਹ ਦਿੰਦੇ ਹਨ। ਸੋ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਲਲਾ ਬੇਗ ਕੋ ਮਿਲਿਓ ਅਗਾਰੀ। ਸੋ ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ, ਛੇਵੇਂ ਪਾਤਸ਼ਾਹ ਜੀ ਦਾ ਭੇਜਿਆ ਹੋਇਆ ਹਸਨ ਖਾਂ ਦੂਤ, ਜੋ ਲੱਲਾ ਬੇਗ ਵਾਸਤੇ CID ਕਰਨ ਆਇਆ ਸੀ, ਲੱਲਾ ਬੇਗ ਦੇ ਕੋਲ ਪਹੁੰਚਿਆ। ਆਵਤ ਲਿਏ ਜੋ ਲਸਕਰ ਭਾਰੀ। ਜੋ ਕਾਬਲ ਦਾ ਸੂਬਾ 35,000 ਮੁਗਲ ਸੈਨਾ ਲੈ ਕੇ ਚੜ੍ਹ ਕੇ ਆ ਰਿਹਾ ਸੀ। ਕਰਿਓ ਸਲਾਮ ਖਰੋ ਤਬ ਭਇਓ। ਹਸਨ ਖਾਂ ਦੂਤ ਖਲੋ ਕਰਕੇ ਸਲਾਮ ਕੀਤੀ ਲੱਲਾ ਬੇਗ ਸੂਬੇ ਨੂੰ। ਕਹੋ ਸੁਧ ਜਿਸ ਕਾਰਨ ਤੂੰ ਗਇਓ। ਲੱਲਾ ਬੇਗ ਪੁੱਛਣ ਲੱਗਿਆ, ਜਿਸ ਕਾਰਨ ਤੈਨੂੰ ਭੇਜਿਆ ਸੀ ਖਬਰ ਲੈਣ ਵਾਸਤੇ, ਕੀ ਖਬਰ ਲੈ ਕੇ ਆਇਆ ਹੈ? ਕਿਤਕ ਸੈਨ ਸੋ ਗੁਰ ਹੈ ਕਹਾ। ਔਰ ਕਿੰਨੀ ਕੁ ਸੈਨਾ ਹੈ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਅਤੇ ਕਿੱਥੇ ਡੇਰਾ ਹੈ? ਭਾਜ ਕੇ ਨਹਿ ਪਿਖ ਲਸਕਰ ਮਹਾ। ਸਾਡੀ ਵੱਡੀ ਫੌਜ 35,000 ਸੈਨਾ ਦੇਖ ਕੇ ਕਿਤੇ ਭੱਜ ਤਾਂ ਨਹੀਂ ਗਏ? ਲੜਨ ਹੇਤ ਗਾਡੋ ਪੀ ਦੇਖਾ। ਔਰ ਲੜਨ ਵਾਸਤੇ ਕਿੰਨੇ ਕੁ ਮੁਸਤੈਦ ਹਨ, ਪੱਕੇ ਹਨ? ਭਾਖੋ ਭੇਤ ਜੋ ਕੀਨ ਪਰੇਖਾ। ਜੋ ਵੀ ਪਰਖ ਕੇ ਆਇਆ, ਖਬਰ ਲੈ ਕੇ ਆਇਆ, ਭੇਤ ਲੈ ਕੇ ਆਇਆ, ਉਹ ਸਾਰੀ ਵਾਰਤਾ ਸਾਨੂੰ ਸੁਣਾਉਣਾ ਕਰ। ਸੁਨਤੇ ਹਸਨ ਖਾਂ ਭੇਬ ਬਤਾਇਓ। ਲੱਲਾ ਬੇਗ ਪਾਸੋਂ ਸੁਣ ਕੇ ਹਸਨ ਖਾਂ ਦੂਤ ਸਾਰਾ ਭੇਦ ਦੱਸਣ ਲੱਗਿਆ। ਡੇਰਾ ਗੁਰ ਉਜਾਰ ਮਹਿ ਪਾਇਓ। ਸਤਿਗੁਰਾਂ ਨੇ ਉਜਾੜਾਂ ਵੀ ਡੇਰਾ ਪਾਇਆ ਹੋਇਆ ਹੈ। ਜਲ ਕੇ ਤਾਲ ਚੋ ਗਿਰਦੇ ਘੇਰਾ। ਔਰ ਸਰੋਵਰ ਦੇ ਚਾਰ ਚੁਫੇਰੇ ਘੇਰਾ ਪਾਇਆ ਹੋਇਆ, ਜਲ ਰੋਕਿਆ ਹੋਇਆ ਹੈ। ਲਰਨ ਹੇਤ ਉਤਸਾਹ ਕਨੇਰਾ। ਲੜਨ ਵਾਸਤੇ ਬੜੇ ਉਤਸ਼ਾਹਿਤ ਹਨ, ਬੜੇ ਮੁਸਤੈਦ ਹਨ। ਕਰ ਹੈ ਉਡੀਕਣ ਭਟ ਬਲਵਾਨਾ। ਔਰ ਬਲਵਾਨ ਸੂਰਮੇ ਜਿਹੜੇ ਹਨ ਉਡੀਕ ਰਹੇ ਹਨ, ਤੁਹਾਨੂੰ ਜੰਗ ਕਰਨ ਵਾਸਤੇ ਤਿਆਰ ਬਰ ਤਿਆਰ ਬੈਠੇ ਹਨ। ਤੁਰੰਗ ਜੀਨ ਤਰ ਆਯੁਧ ਨਾਨਾ। ਨਾਨਾ ਪ੍ਰਕਾਰ ਦੇ ਹਥਿਆਰ ਧਾਰ ਕਰਕੇ ਔਰ ਜੀਨ ਕਾਠੀਆਂ ਪਾ ਕੇ ਘੋੜਿਆਂ ਦੇ ਉੱਪਰ ਤਿਆਰ ਹਨ। ਤਿਨ ਕੈ ਕਹਾ ਪਲਾਵਨ ਬਾਤ। ਉਹਨਾਂ ਦੇ ਭੱਜਣ ਦੀ ਗੱਲ ਤੁਸੀਂ ਕੀ ਕਰਦੇ ਹੋ? ਉਹ ਭੱਜਣ ਵਾਲੇ ਨਹੀਂ ਹਨ, ਉਹ ਵੱਡੇ ਯੋਧੇ ਸੂਰਬੀਰ ਹਨ। ਚਾਹਤ ਹੈ ਸਭ ਲਸਕਰ ਘਾਤ। ਉਹ ਤੁਹਾਡੀ ਸਾਰੀ ਸੈਨਾ ਦਾ ਵਿਨਾਸ਼ ਕਰਨ ਲਈ ਤਿਆਰ ਬੈਠੇ ਹਨ। ਮੋਹਿ ਹਿਰਦੇ ਮੈਂ ਐਸੀ ਆਵੈ। ਹਸਨ ਖਾਂ ਦੂਤ ਆਖਦਾ ਹੈ ਲੱਲਾ ਬੇਗ ਨੂੰ, ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਗੱਲ ਆਉਂਦੀ ਹੈ। ਸੋ ਭਟ ਤੁਮ ਹਜ਼ਾਰ ਕੋ ਕਾਵੈ। ਗੁਰੂ ਸਾਹਿਬ ਜੀ ਦੇ 100 ਸੂਰਮੇ ਤੁਹਾਡੇ 1000 ਸੂਰਮਿਆਂ ਨੂੰ ਮਾਰ ਦੇਣਗੇ। ਗੁਰੂ ਬਿਲੰਦ ਬਲੀ ਸਮਸੇਰ। ਗੁਰੂ ਸਾਹਿਬ ਜੀ ਬੜੇ ਸ਼ੇਰ ਵਾਂਗ
ਬਲੀ ਹਨ। ਕਰ ਹੈ ਪ੍ਰਤੀਖਨ ਗਹਿ ਸਮਸੇਰ, ਹੱਥ ਵਿੱਚ ਸ਼ਮਸ਼ੇਰ ਕਿਰਪਾਨ ਫੜ ਕੇ ਤੁਹਾਨੂੰ ਉਡੀਕ ਰਹੇ ਹਨ। ਮਿਰਗ ਨ ਮਨਿੰਦ ਬ੍ਰਿੰਦ ਤੁਬ ਸੈਨਾ, ਔਰ ਤੁਹਾਡੀ ਸੈਨਾ ਹਰਨਾਂ ਦੀ ਡਾਰ ਵਾਂਗ ਹੈ। ਤੁਮ ਮੈਂ ਤਿਨ ਕੀ ਸਮਤਾ ਹੈ ਨਾ, ਤੁਹਾਡੇ ਵਿੱਚ ਗੁਰੂ ਸਾਹਿਬ ਜੀ ਦੀ ਬਰਾਬਰੀ ਕਰਨ ਦੀ ਤਾਕਤ ਨਹੀਂ ਹੈ। ਦਲ ਹੈ ਅਲਪ ਤਉ ਸਮਬਾਜ, ਜੇ ਗੁਰੂ ਸਾਹਿਬ ਜੀ ਦੇ ਕੋਲ ਥੋੜੀ ਸੈਨਾ ਹੈ ਪਰ ਉਹ ਬਾਜ ਵਾਂਗ ਹਨ। ਕਾਕ ਬਟੇਰਾ ਤੋਹਿ ਸਮਾਜ, ਤੁਹਾਡੀ ਫੌਜ ਜਿਹੜੀ ਹੈ ਉਹ ਕਾਂ ਅਤੇ ਬਟੇਰੇ ਦੀ ਨਿਆਈ ਹੈ। ਉਹ ਗੁਰੂ ਸਾਹਿਬ ਜੀ ਦੀ ਫੌਜ ਬਾਜ ਦੀ ਤਰ੍ਹਾਂ ਹੈ। 4000 ਪਟਨ ਕੋ ਟੋਲ, ਔਰ 4000 ਸਿੱਖ ਸੂਰਮੇ ਹਨ ਗੁਰੂ ਸਾਹਿਬ ਜੀ ਦੇ ਪਾਸ। ਚਾਰੋਂ ਕਰੇ ਸੇਮ ਸ਼ੇਰ ਸਮ ਬੋਲ, ਔਰ 4000 ਜਿਹੜੇ ਹਨ ਉਹ ਸ਼ੇਰ ਵਾਂਗ ਗੱਜਦੇ ਹਨ। ਸੁਨ ਕਰ ਬਾਕ ਦੂਤ ਕੇ ਸਾਚੇ, ਲੱਲਾ ਬੇਗ ਸੂਬਾ ਕਾਬਲ ਦਾ ਹਸਨ ਖਾਂ ਦੂਤ ਦੇ ਬਚਨ ਸੁਣ ਕਰਕੇ, ਸੱਚੀ ਗੱਲ ਸੁਣ ਕੇ, ਤੁਰਕ ਤੁਰਕ ਪਤ ਸਭ ਰਿਸ ਰਾਚੇ, ਤੁਰਕ ਤੇ ਤੁਰਕਪਤੀ ਲੱਲਾ ਬੇਗ ਸਾਰੇ ਹੀ ਔਰ ਬੜੇ ਹੀ ਗੁੱਸੇ ਵਿੱਚ ਆਏ। ਇਹ ਕਿਆ ਮੂਰਖ ਕਰਤ ਬਖਾਨ, ਇਹ ਮੂਰਖ ਕੀ ਕਹਿ ਰਿਹਾ ਹੈ? ਬੜ ਜੋਦਾ ਹੋ ਬਿਦਤ ਜਹਾਨ, ਮੈਂ ਵੱਡਾ ਯੋਧਾ ਸੂਰਬੀਰ ਹਾਂ, ਸਾਰੇ ਜਹਾਨ ਵਿੱਚ ਮੈਂ ਪ੍ਰਸਿੱਧ ਹਾਂ। ਕਈ ਜੰਗ ਮੈਂ ਰਿਪ ਗਨ ਹਤੇ, ਕਈ ਜੰਗ ਯੁੱਧ ਕਰਕੇ ਅਨੇਕਾਂ ਹੀ ਬੈਰੀ ਮਾਰੇ ਹਨ। ਕਰਪੁਰ ਸਾਰਥ ਲੀਨਸ ਫਤੇ, ਪੁਰਸਾਰਥ ਬਲ ਪਰਾਕਰਮ ਕਰਕੇ ਮੈਂ ਫਤਿਹ ਪ੍ਰਾਪਤ ਕੀਤੀ ਹੈ। ਪਾਨ ਬਾਰਨੀ ਕੋ ਕਰ ਰਹਿਓ, ਇਹ ਲੱਗਦਾ ਕਿ ਸ਼ਰਾਬ ਪੀਤੀ ਹੋਈ ਹੈ ਇਸਨੇ ਜੋ ਆਲ ਪਤਾਲ ਬੋਲ ਰਿਹਾ ਹੈ। ਸੁਨਤ ਦੂਤ ਤੇ ਰਿਸ ਕਰ ਕਹਿਓ, ਔਰ ਦੂਤ ਹਸਨ ਖਾਂ ਪਾਸੋਂ ਸੁਣ ਕਰਕੇ ਗੁੱਸੇ ਦੇ ਨਾਲ ਲੱਲਾ ਬੇਗ ਆਖਦਾ ਹੈ ਕਿ ਲੱਗਦਾ ਹੈ ਕਿ ਇਸਨੇ ਸ਼ਰਾਬ ਪੀਤੀ ਹੋਈ ਹੈ, ਨਸ਼ੇ ਵਿੱਚ ਬੋਲ ਰਿਹਾ ਹੈ। ਇਹ ਕੁਛ ਗੁਰ ਤੇ ਲੈ ਕਰ ਆਇਓ, ਜਾਂ ਇਹ ਗੁਰਾਂ ਪਾਸੋਂ ਕੁਝ ਲੈ ਕੇ ਆਇਆ ਹੈ। ਕਹਿ ਕਰ ਚਾਹਤ ਹਮੈ ਡਰਾਇਓ, ਗੁਰੂ ਸਾਹਿਬ ਜੀ ਦੀ ਤਾਰੀਫ ਕਰਕੇ ਬਲ ਪਰਾਕਰਮ ਸੁਣਾ ਕਰਕੇ ਸਾਨੂੰ ਡਰਾਉਣਾ ਚਾਹੁੰਦਾ ਹੈ। ਦੁਸ਼ਮਨ ਕੋ ਪੱਖੀ ਇਹ ਜਾਨਾ, ਇਹ ਦੁਸ਼ਮਣ ਦਾ ਪੱਖੀ ਜਾਣਨਾ ਕਰੋ। ਤਿਸ ਕੀ ਜੀਤ ਹਮੈ ਚਹ ਆਨਾ, ਗੁਰੂ ਸਾਹਿਬ ਜੀ ਦੀ ਜਿੱਤ ਔਰ ਸਾਡੀ ਹਾਰ ਚਾਹੁੰਦਾ ਹੈ। ਬਨਹੀ ਮਾਰੋ ਦੇਹੋ ਨਿਕਾਸੀ, ਜੁੱਤੀਆਂ ਮਾਰ ਕੇ ਆਪਣੇ ਦਲ ਚੋਂ ਬਾਹਰ ਕੱਢ ਦਿਓ। ਹੋਰ ਨਾ ਕਹਿ ਆਨ ਕੋ ਪਾਸੀ, ਫਿਰ ਸਾਡੇ ਕੋਲ ਆ ਕਰਕੇ ਔਰ ਝੂਠੀ ਤਾਰੀਫ ਨਾ ਕਰੇ। ਗੁਰ ਤਾਰੀਫ ਕਰ ਨਿੰਦ ਹਮਾਰੀ, ਇਹ ਗੁਰੂ ਸਾਹਿਬ ਜੀ ਦੀ ਤਾਰੀਫ ਕਰਦਾ ਸਾਡੀ ਨਿੰਦਾ ਕਰ ਰਿਹਾ ਹੈ। ਕਹਾ ਮਤੀ ਇਨ ਮੂੜ ਵਿਚਾਰੀ, ਇਹ ਮਹਾਮੰਦ ਬੁੱਧੀ ਵਾਲਾ ਮੂਰਖ ਜਾਪਦਾ ਹੈ। ਇਮ ਕੈ ਮਾਰਤ ਖੇਦ ਖਦੇਰਾ, ਇਉਂ ਕਹਿ ਕਰਕੇ ਜੁੱਤੀਆਂ ਮਾਰਦਿਆਂ ਹੋਇਆਂ ਉਸ ਨੂੰ ਭਜਾ ਦਿੱਤਾ, ਖਦੇੜ ਦਿੱਤਾ। ਇਹ ਪੂਰਬ ਦੀ ਬੋਲੀ ਆ, ਖਦੇੜਨਾ, ਭਜਾਉਣਾ, ਮਾਰ ਕੇ ਜੁੱਤੀਆਂ ਮਾਰ ਕੇ ਭਜਾ ਦਿੱਤਾ ਦੂਤ ਨੂੰ। ਜਾਨ ਅਨਾਦਰ ਬਹੁ ਨਿਜ ਕੇਰਾ, ਹਸਨ ਖਾਂ ਦੂਤ ਨੇ ਆਪਣਾ ਬਹੁਤ ਵੱਡਾ ਅਨਾਦਰ ਜਾਣਿਆ। ਗੁਰੂ ਪੀਰ ਕੇ ਨਿਕਟ ਸਿਧਾਉ, ਮਨ 'ਚ ਵਿਚਾਰਿਆ ਕਿ ਪੂਜਨੀਕ ਗੁਰੂ ਸਾਹਿਬ ਜੀ ਦੇ ਪਾਸ ਮੈਂ ਚਲਿਆ ਜਾਵਾਂ। ਮਨ ਬਾਛਤ ਤਿਨ ਤੇ ਬਰ ਪਾਉ, ਮਨ ਬਾਛਤ ਵਰਦਾਨ ਪਾਉਣਾ ਕਰਾਂ। ਸਮਤਵੰਤ ਇਮ ਹਿਰਦੈ ਵਿਚਾਰਾ, ਸ੍ਰੇਸ਼ਟ ਬੁੱਧੀ ਵਾਲਾ ਹਸਨ ਖਾਂ ਦੂਤ ਇਉਂ ਹਿਰਦੇ ਵਿੱਚ ਵਿਚਾਰਦਾ ਹੈ। ਸਿਗਰ ਗੁਰੂ ਕੇ ਨਿਕਟ ਸਿਧਾਰਾ, ਛੇਤੀ ਹੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ। ਕਹਿ ਨਿਜ ਨਾਮ ਬੂਝ ਕਰ ਕਹਿਓ, ਗੁਰੂ ਸਾਹਿਬ ਜੀ ਦੇ ਪੁੱਛਣ ਤੇ ਇਸਨੇ ਆਪਣਾ ਨਾਮ ਹਸਨ ਖਾਂ ਦੱਸਿਆ। ਸੀਸ ਨਿਵਾਏ ਸਮੁਖ ਗੁਰ ਭਇਓ, ਗੁਰੂ ਸਾਹਿਬ ਜੀ ਦੇ ਸਨਮੁਖ ਸੀਸ ਨਿਵਾ ਕੇ ਸੀਸ ਝੁਕਾ ਕਰਕੇ ਮੱਥਾ ਟੇਕਿਆ। ਆਨ ਪਰਿਓ ਮੈਂ ਰਾਵਰ ਸਰਨੀ, ਇਹ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ। ਜਾਏ ਪ੍ਰਸ਼ੰਸਾ ਤਿਨ ਢਿਗ ਬਰਨੀ, ਇਹ ਮਹਾਰਾਜ ਜਦੋਂ ਮੈਂ ਲੱਲਾ ਬੇਗ ਦੇ ਪਾਸ ਆਪ ਜੀ ਦੀ ਪ੍ਰਸ਼ੰਸਾ ਉਸਤਤ ਕੀਤੀ,
ਸਹਿ ਨ ਸਕੇ ਮਤ ਮੰਦ ਗੁਮਾਨੀ। ਬੜੇ ਹੰਕਾਰੀ ਮੰਦ ਬੁੱਧੀ ਵਾਲੇ ਤੁਰਕ ਆਪ ਜੀ ਦਾ ਜਸ ਸੁਣ ਕੇ ਸਹਾਰ ਨਾ ਸਕੇ। ਮਾਰਿਓ ਮੋਹੇ ਕਟਕ ਕਹਿ ਬਾਨੀ। ਕੌੜੇ ਬੋਲ ਬੋਲ ਕਰਕੇ ਮੈਨੂੰ ਜੁੱਤੀਆਂ ਮਾਰ ਕੇ ਭਜਾ ਦਿੱਤਾ। ਰੱਖੋ ਲਾਜ ਪੀਰ ਜੀ ਮੋਰੀ। ਹੇ ਪੀਰਾਂ ਦੇ ਪੀਰ ਗੁਰੂ ਸਾਹਿਬ ਜੀ, ਮੇਰੀ ਲਾਜ ਰੱਖੋ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ। ਨਹੀਂ ਅਲੰਬ ਰਹਿਓ ਅਬ ਹੋਰੀ। ਹੇ ਮਹਾਰਾਜ, ਮੇਰਾ ਹੋਰ ਕੋਈ ਆਸਰਾ ਨਹੀਂ ਰਿਹਾ, ਕਿਉਂਕਿ ਜਿਨ੍ਹਾਂ ਦੀ ਖਾਤਰ ਮੈਂ CID ਕਰਨ ਆਇਆ ਸੀ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢ ਦਿੱਤਾ। ਹੁਣ ਨਾ ਮੈਂ ਇੱਧਰ ਦਾ ਨਾ ਉੱਧਰ ਦਾ ਰਿਹਾ। ਮਹਾਰਾਜ, ਮੇਰਾ ਹੋਰ ਕੋਈ ਆਸਰਾ ਨਹੀਂ ਰਿਹਾ। ਕਿਰਪਾ ਨਿਧਾਨ ਕਿਰਪਾ ਸੁਨ ਕਰੀ। ਕਿਰਪਾ ਦੇ ਖਜ਼ਾਨੇ ਗੁਰੂ ਸਾਹਿਬ ਜੀ ਨੇ ਸੁਣ ਕੇ ਹਸਨ ਖਾਂ ਦੂਤ ਦੇ ਉੱਪਰ ਕਿਰਪਾ ਕਰੀ। ਹਮ ਹਿਤ ਲਖਿਓ ਮਾਰ ਇਸ ਪਰੀ। ਸਾਡੇ ਵਾਸਤੇ ਸਾਡਾ ਜਸ ਸੁਣਾਇਆ, ਪ੍ਰਸ਼ੰਸਾ ਕੀਤੀ, ਤਾਂ ਹੀ ਇਸ ਨੂੰ ਮਾਰ ਪਈ ਹੈ। ਮਿਰਧੁਲ ਬਾਕ ਕਹਿ ਦੀਨ ਸਤੀਰ। ਕੋਮਲ ਵਚਨ ਕਹਿ ਕੇ ਦਿਲਾਸਾ ਦਿੱਤਾ ਹਸਨ ਖਾਂ ਦੂਤ ਨੂੰ। ਵੇਖੋ ਜਾਂਗ ਰਹਿ ਕਰ ਹਮ ਤੀਰ। ਹੈ ਹਸਨ ਖਾਂ, ਤੂੰ ਸਾਡੇ ਕੋਲ ਰਹਿ ਕਰਕੇ ਜੰਗ ਦਾ ਤਮਾਸ਼ਾ ਦੇਖਣਾ ਕਰ। ਜੋਧ ਨਿਕਟ ਬੈਠੇ ਤਬ ਭਾਖਿਓ। ਔਰ ਜਦੋਂ ਕੋਲ ਆ ਕੇ ਬੈਠਾ ਜੋਧ, ਭਾਈ ਜੋਧ ਰਾਏ ਜਦੋਂ ਨਿਕਟ ਆ ਕੇ ਬੈਠਾ, ਨੀਕੀ ਨਹੀਂ ਨਿਕਟ ਇਸ ਰਾਖਿਓ। ਜੋ ਕੋਲ ਬੈਠਾ ਸੀ ਹਜ਼ੂਰੀ ਵਿੱਚ ਜੋਧ ਰਾਏ, ਉਸਨੇ ਕਿਹਾ ਮਹਾਰਾਜ, ਇਹ ਚੰਗੀ ਗੱਲ ਨਹੀਂ ਹੈ, ਦੁਸ਼ਮਣ ਨੂੰ ਆਪਣੀ ਸ਼ਰਨ ਵਿੱਚ ਕਿਉਂ ਰੱਖਦੇ ਹੋ? ਛਲ ਕੋ ਕਰਤ ਰਹਿ ਦਲ ਬੀਚ। ਇਹ ਦਲ ਵਿੱਚ ਰਹਿ ਕਰਕੇ ਛਲ ਪਰਪੰਚ ਕਰਦਾ ਰਹੇਗਾ, ਸਾਡਾ ਭੇਤ ਦੱਸਦਾ ਰਹੇਗਾ। ਦੇਖ ਭੇਤ ਕਹਿ ਤੁਰਕਨ ਨੀਚ। ਸਾਡਾ ਅਸਲਾ ਦੇਖ ਕਰਕੇ, ਫੌਜ ਦੇਖ ਕਰਕੇ ਸਾਰਾ ਭੇਤ ਤੁਰਕਾਂ ਨੂੰ ਦਵੇਗਾ। ਬਿਗਸਤ ਕਹਿਓ ਗੁਰੂ ਸੁਣ ਜੋਧ। ਜੋਧ ਰਾਏ ਦੇ ਬਚਨ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਹਮ ਜਸ ਸੁਨ ਹੋਏ ਤੁਰਕ ਸਕਰੋਧ। ਸਾਡਾ ਜਸ ਸੁਣ ਕਰਕੇ ਤੁਰਕ ਬੜੇ ਕਰੋਧ ਦੇ ਸਹਿਤ ਹੋਏ। ਆਨ ਪਰੈ ਕੋ ਸਰਨੀ ਜਦਾਈ। ਜਦ ਵੀ ਕੋਈ ਸਾਡੀ ਸ਼ਰਨ ਵਿੱਚ ਆ ਕੇ ਪੈਂਦਾ ਹੈ, ਨਹਿ ਤਿਆਗਨ ਮੈਂ ਕਰੂੰ ਕਦਾਈ। ਮੈਂ ਕਦੇ ਵੀ ਉਸ ਦਾ ਤਿਆਗ ਨਹੀਂ ਕਰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਮਾਲਕ ਦਾ, ਸਤਿਗੁਰਾਂ ਦਾ ਇਹ ਬਿਰਧ ਹੈ, ਧਰਮ ਸੁਭਾਵ ਹੈ। ਊਚ ਨੀਚ ਕੋਈ ਵੀ ਆ ਜਾਵੇ, ਭਾਵੇਂ ਦੁਸ਼ਮਣ ਕਿਉਂ ਨਾ ਹੋਵੇ, ਉਸ ਨੂੰ ਵੀ ਅਸੀਂ ਸ਼ਰਨ ਵਿੱਚ ਰੱਖਦੇ ਹਾਂ। ਇਹਾਂ ਨ ਰੱਖਿਆ ਕਰ ਦਿਖਰਾਵੋ। ਜੇ ਇੱਥੇ ਰੱਖਿਆ ਕਰਕੇ ਨਾ ਦਿਖਾਇਆ, ਤੋ ਜਮ ਤੇ ਮੈਂ ਕਹਾਂ ਬਚਾਵਾਂ। ਤੇ ਜਾਵਾਂ ਤੋਂ ਮੈਂ ਕਿਵੇਂ ਛਡਾਵਾਂਗਾ, ਕਿਵੇਂ ਬਚਾਵਾਂਗਾ? ਐਸੋ ਬਿਰਦ ਜਾਣੀਐ ਮੋਹੇ। ਐ ਜੋਧ ਰਾਏ, ਐਸਾ ਸਾਡਾ ਬਿਰਦ ਜਾਣਨਾ ਕਰੋ। ਸੋ ਸਭ ਸਾਚ ਸੁਣਾਵੋ ਤੋਹੇ। ਸਾਰੀ ਸੱਚੀ ਗੱਲ ਮੈਂ ਤੁਹਾਨੂੰ ਸੁਣਾਉਂਦਾ। ਬਿਨ ਅਲੰਬ ਹੋਏ ਦੀਨ ਲਾਚਾਰੀ। ਬਿਨਾ ਆਸਰੇ ਤੋਂ ਦੀਨ ਲਾਚਾਰ ਹੋ ਗਿਆ ਹੈ। ਕਹੈ ਜੋ ਮੈਂ ਅਬ ਸਰਨ ਤੁਮਾਰੀ। ਇਹ ਕਹਿ ਰਿਹਾ ਕਿ ਹੇ ਗੁਰੂ ਗਰੀਬ ਨਿਵਾਜ, ਮੇਰਾ ਕੋਈ ਆਸਰਾ ਨਹੀਂ ਰਿਹਾ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਸ਼ਰਨਾਗਤ ਹੋ ਕੇ ਆਇਆ ਹਾਂ। ਤਿਸ ਕੀ ਰਚਿਆ ਉਰ ਅਬ ਲਾਖੋਂ। ਹਿਰਦੇ ਵਿੱਚ ਮੇਰੀ ਅਵਲਾਖਾ ਹੈ ਕਿ ਇਹਦੀ ਮੈਂ ਰੱਖਿਆ ਕਰਾਂ। ਕਿਆ ਨਰ ਬਪਰਾ ਜਮ ਤੇ ਰਾਖੋਂ। ਮਨੁੱਖ ਵਿਚਾਰਾ ਕੀ ਹੈ, ਮਨੁੱਖ ਦੀ ਰੱਖਿਆ ਕਰਨੀ ਕੋਈ ਵੱਡੀ ਗੱਲ ਨਹੀਂ। ਮੈਂ ਜਮਾਂ ਤੋਂ ਆਪਣੇ ਸ਼ਰਨ ਵਿੱਚ ਆਏ ਨੂੰ ਰੱਖ ਲੈਂਦਾ ਹਾਂ। ਲੈ ਭੇਤ ਤੋ ਕਿਆ ਹੋਏ ਮੇਰਾ। ਜੇ ਸਾਡਾ ਭੇਤ ਦੁਸ਼ਮਨਾਂ ਨੂੰ, ਤੁਰਕਾਂ ਨੂੰ ਜਾ ਕੇ ਦੱਸੇਗਾ ਵੀ, ਤਾਂ ਸਾਡਾ ਕੀ ਵਿਗਾੜ ਲਏਗਾ? ਹਤੋਂ ਛਿਨਕ ਮਹਿ ਦਲ ਰਿਪ ਕੇਰਾ। ਔਰ 35,000 ਕੀ ਲੱਖਾਂ ਦੀ ਗਿਣਤੀ ਵਿੱਚ ਵੀ ਤੁਰਕ ਸੈਨਾ ਹੋਵੇ, ਇੱਕ ਛਿਨ ਵਿੱਚ ਸਾਰਿਆਂ ਨੂੰ ਮਾਰ ਮੁਕਾਵਾਂਗਾ। ਦਿਓ ਮਾਲ ਕੀ ਕਾਬਲ ਸਾਰੀ। ਕਾਬਲ ਦੀ ਸਾਰੀ ਮਲਕੀਅਤ
ਇਸ ਨੂੰ ਬਖਸ਼ ਦਿਆਂਗਾ। ਇਹ ਉਮਰਾਬ ਕਰੋ ਤਿਨ ਮਾਰੀ, ਸਭ ਤੋਂ ਵੱਡਾ ਉਮਰਾਵ ਇਸ ਨੂੰ ਥਾਪਾਂਗਾ, ਕਾਬਲ ਦਾ ਸੂਬਾ ਬਣਾਵਾਂਗਾ। ਮਨ ਸਭ ਸਾਹੁ ਸਮੀਪ ਦਿਵਾਉ, ਔਰ ਬਾਦਸ਼ਾਹ ਦੇ ਪਾਸ ਸਿਫਾਰਿਸ਼ ਕਰਕੇ ਵੱਡਾ ਮੁਰਾਤਬਾ ਦਿਵਾਵਾਂਗਾ। ਇਸ ਤੇ ਕਾਬਲ ਰਾਜ ਕਰਾਉ, ਇਹਦੇ ਪਾਸੋਂ ਕਾਬਲ ਦਾ ਰਾਜ ਕਰਾਵਾਂਗਾ। ਬਿਸਮੇ ਸਭ ਸੁਨ ਕੈ ਬਚ ਐਸਾ, ਔਰ ਸਾਰਿਆਂ ਨੇ ਜਦੋਂ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਐਸਾ ਬਚਨ ਸੁਣਿਆ, ਇਹ ਤੋ ਪਇਓ ਬਿਭੀਖਣ ਜੈਸਾ। ਸਾਰੇ ਵਿਚਾਰਨ ਲੱਗੇ ਕਿ ਹਸਨ ਖਾਂ ਦੂਤ ਜਿਹੜਾ ਹੈ ਤਾਂ ਬਿਭੀਖਣ ਜੈਸਾ ਨਿਕਲਿਆ, ਆਨ ਮਿਲਿਓ ਸਲ ਤਾਪਤ ਉਰੇ। ਜੋ ਆਪਣੇ ਭਰਾ ਰਾਵਣ ਨੂੰ ਛੱਡ ਕਰਕੇ ਸਮੁੰਦਰ ਤੋਂ ਉਰੇ ਆ ਕੇ ਰਾਮਚੰਦਰ ਜੀ ਨੂੰ ਮਿਲਿਆ ਸੀ। ਲੰਕਾਪਤ ਸ੍ਰੀ ਰਘੁਵਰ ਕਰੇ, ਸ੍ਰੀ ਰਘੁਵਰ ਸ੍ਰੀ ਰਾਮਚੰਦਰ ਜੀ ਨੇ ਵਿਭੀਖਣ ਨੂੰ ਲੰਕਾ ਦਾ ਰਾਜ ਭਾਗ ਸੌਂਪ ਦਿੱਤਾ। रावण के 10 शीश कटे सो विभीषण के सिर छत्र फिराए। सुन कर जोध बंदना कीन, ये सुन के जोध राय ने नमस्कार कीती गुरु साहिब जी नू। रामचंद एहो रूप सुचीन, और जोध राय ने हसन खां दूत नू और विभीषण वांग समझिया। गुरु साहिब जी नू रामचंद्र दी न्याई जानिया। सब मैं पयो बिदत बिरतांत, ये सारा बिरतांत सारिਆਂ ਦੇ ਵਿੱਚ ਪ੍ਰਗਟ ਹੋ ਗਿਆ। श्री सतगुर कीनो जिस भांत, सतगुਰਾਂ ने जिस तरह वरदान ਦਿੱਤਾ कि ਇਹਦੇ ਪਾਸੋਂ ਕਾਬਲ ਦਾ ਰਾਜ ਕਰਾਵਾਂਗਾ, ਕਾਬਲ ਦਾ ਸੂਬਾ ਬਣਾਵਾਂਗਾ, ਵੱਡਾ ਮੁਰਾਤਬਾ ਦਵਾਵਾਂਗਾ ਬਾਦਸ਼ਾਹ ਨੂੰ ਕਹਿ ਕੇ। ਧੰਨ ਧੰਨ ਸਭ ਬਦਨ ਉਚਾਰੇ, ਸਾਰੇ ਮੁਖੋਂ ਧੰਨ ਗੁਰੂ ਆਖਣ ਲੱਗੇ। ਦੀਨ ਦਿਆਲ ਕੋ ਬਿਰਦ ਵਿਚਾਰੇ, ਗੁਰੂ ਸਾਹਿਬ ਜੀ ਦਾ ਦੀਨ ਦਿਆਲ ਪਦਤ ਪਾਵਨ ਬਿਰਦ ਵਿਚਾਰਿਆ। ਅਰਧ ਰਾਤ ਹੋਈ ਤਬ ਆਏ, ਇਸ ਤਰ੍ਹਾਂ ਵਾਰਤਾ ਕਰਦਿਆਂ ਰਾਤ ਹੋ ਆਈ। ਕਹਿਤ ਹਸਨ ਖਾਂ ਰਿਪ ਸਮੁਦਾਏ, ਔਰ ਹਸਨ ਖਾਂ ਕਹਿਣ ਲੱਗਿਆ ਬੈਰੀ ਜਿਹੜੇ ਹਨ ਬਹੁਤ ਗਿਣਤੀ ਵਿੱਚ ਹਨ। ਪਹੁੰਚੇ ਜਾਨੋ ਰਖੀਐ ਤਿਆਰੀ, हे ਮਹਾਰਾਜ ਉਹ ਬੈਰੀ ਦਲ ਪਹੁੰਚਿਆ ਹੀ ਜਾਣਨਾ ਕਰੋ, ਤਿਆਰੀ ਰੱਖੋ। बीच तुफंग दो गोरन डारी, ਬੰਦੂਕਾਂ ਵੀ ਦੋ ਗੋਲੀਆਂ ਭਰ ਲਓ। सब दल में नर सतगुर फेरा, ਗੁਰੂ ਸਾਹਿਬ ਜੀ ਨੇ ਸਾਰੇ ਦਲਾਂ ਵਿੱਚ ਸਾਰੇ ਮਿਸਲਾਂ ਵਿੱਚ ਆਪਣਾ ਸਿੱਖ ਭੇਜ ਕੇ ਖਬਰਦਾਰ ਕੀਤਾ। सुपट सुचेत बनो इस बेरा, ਇਹ ਸਾਰੇ ਸੂਰਮੇ सनद बद त्यार बर त्यार हो जान शस्त्र सजा के। सो सऊर को पठ्यो अगारी, गुरु साहिब जी ने 100 घुड़सवार अगे भेजे। आए तुरक तै देहो सुध सारी, और जा करके तुरकां दी बैरी दल दी सारी खबर सानू दसो। गुर दल मह अंगीठे लागे, गुरु साहिब जी दे दल विच अंगीठे बल रहे हन। जिन्हू निकट ते पाले पागे, जिन्ना पासों पाले भज गए और ठंड दूर हो गई क्योंकि अग बल रही है। शास्त्रन जुत सिमरत जगदीश, शास्त्रां दे सहित सनदबद्ध हो करके जगत दे मालक अकाल पुरख वाहिगुरु नू सिमरदे हन। मैल थित कित 10 15 20, इते 10 15 20 सूरमे इकट्ठे हो करके शस्त्र फड़ करके अकाल पुरख वाहिगुरु नू सिमर रहे हन। सब शुभ टन के तन बिन पाले, गुरु साहिब जी दे सारे सूरमिਆਂ ਦੇ शरीर जड़े हन गर्म हन, बिना पाले तो ठंड तो रहत हन। हत नरिपन सावधान विसाले, बैरियां नू मारन वास्ते सावधान हन। निस्मै तुरक चढ़े सब आए, और रात विच सारे तुरक चढ़ के आ गए। जड़ समसीत करे नर पाए, और पाले ने हथ पैर सारे ठार दिते। ਇਹ ਸਾਰੇ ਉਹਨਾਂ ਦੇ ਹੱਥ ਪੈਰ ਕੰਬ ਰਹੇ ਹਨ ਤੁਰਕਾਂ ਦੇ। दोहरा जाम दिवस के चढ़े ते लभपुर से प्रस्थान, लाहौर शहर तो दिन चढ़े जाम दिवस के चढ़े थे, पहर दिन चढ़े ते चले सन। 3 जाम मार्ग चले
ਪੁਨ ਨਿਸਕੀਨ ਪਿਆਨ। 3 ਪਹਿਰ ਰਸਤੇ ਵਿੱਚ ਚੱਲਦੇ ਰਹੇ, ਪੁਨः ਰਾਤ ਵੀ ਚੱਲਦੇ ਰਹੇ। ਚੌਪਈ ਕੁਛ ਬਿਸਰਾਮ ਕੀਨ ਸ਼ਰਮ ਹੋਏ। ਜਿਹੜੇ ਥੱਕੇ ਹੋਏ ਸਨ ਕੁਝ ਕਾ ਆਰਾਮ ਕੀਤਾ। ਦੋ ਇੱਕ ਜਾਮ ਨੀਠ ਹੀ ਸੋਏ। ਔਰ 2-1 ਪਹਿਰ ਹੀ ਮਸਾਂ ਸੁੱਤੇ। ਬੋਹਰ ਚੜੇ ਦਿਨ ਸਗਰੇ ਚਾਲੇ। ਫਿਰ ਦਿਨ ਚੜੇ ਸਾਰੀ ਤੁਰਕ ਸੈਨਾ ਚੱਲ ਪਈ। 4 ਜਾਮ ਮਹਿ ਪੰਥ ਵਿਸਾਲੇ। ਔਰ 4 ਪਹਿਰ ਰਸਤੇ ਵਿੱਚ ਬਤੀਤ ਕੀਤੇ। ਬੋਹਰ ਨਿਸਾ ਦੂਸਰ ਹੋਏ ਆਈ। ਫਿਰ ਦੂਜੀ ਰਾਤ ਆ ਗਈ। ਕਿਸ ਕਿਸ ਖਾਨੋ ਕੀਨ ਬਣਾਈ। ਕਿਸੇ ਨੇ ਖਾਣਾ ਬਣਾਉਣਾ ਕੀਤਾ। ਦਾਨਾ ਦੀ ਨਸਕਿਨ ਹੋ ਨਿਹਾਰੀ। ਆਪਣੇ ਘੋੜਿਆਂ ਨੂੰ ਘਾਹ ਦਾਣਾ ਤੇ ਨਿਹਾਰੀ ਆਦਿਕ ਦਿੱਤੀ। ਤਉ ਸ਼ਰਮਤ ਬੜ ਭੇ ਮਗ ਭਾਰੀ। ਫਿਰ ਵੀ ਲਾਹੌਰੋਂ ਚੱਲ ਕੇ ਆਏ ਸਨ। 4 ਪਹਿਰ ਚੱਲਦੇ ਰਹੇ ਔਰ ਬਹੁਤ ਥੱਕੇ ਹੋਏ ਸਨ। ਰੂਪਾ ਗ੍ਰਾਮ ਉਲੰਘ ਕਰ ਆਏ। ਰੂਪਾ ਪਿੰਡ ਲੰਘ ਕਰਕੇ ਜਦੋਂ ਆਏ, ਬਹੁ ਗ੍ਰਾਮਨ ਕੇ ਆਗੂ ਲਿਆਏ। ਬਹੁਤ ਪਿੰਡਾਂ ਦੇ ਆਗੂ ਜਾਣਕਾਰ ਨਾਲ ਲੈ ਕੇ ਆਏ। ਕਹੈ ਕਿ ਜਿਸ ਥਲ ਗੁਰੂ ਕੋ ਡੇਰਾ। ਲੱਲਾ ਬੇਗ ਆਖਦਾ ਗੁਰੂ ਦਾ ਡੇਰਾ ਕਿੱਥੇ ਗਾ, ਸਾਨੂੰ ਦੱਸੋ। ਅੱਗੇ ਹੋ ਕਰਕੇ ਅਗਵਾਈ ਕਰੋ, ਸਾਨੂੰ ਦੱਸਦੇ ਚੱਲੋ। ਹਮ ਹੈ ਦਿਖਾਏ ਦੇਹੋ ਇੱਕ ਬੇਰਾ। ਸਾਨੂੰ ਗੁਰੂ ਦਾ ਡੇਰਾ ਇੱਕ ਵਾਰੀ ਦਿਖਾ ਦਿਓ। ਗ੍ਰਾਮਨ ਕੇ ਨਰ ਕੋ ਬਹੁਤ ਤਾਰੈ। ਪਿੰਡਾਂ ਦੇ ਲੋਕਾਂ ਨੂੰ ਬਹੁਤ ਤਾੜਨਾ ਕੀਤਾ ਤੁਰਕਾਂ ਨੇ। ਡਰ ਕਰ ਆਗੂ ਅਗਰ ਪਧਾਰੈ। ਡਰ ਕਰਕੇ ਆਗੂ ਹੋ ਕਰਕੇ ਰਾਹ ਦੱਸਦੇ ਹੋਏ ਗੁਰੂ ਸਾਹਿਬ ਜੀ ਦਾ ਡੇਰਾ ਦੱਸਣ ਵਾਸਤੇ ਪਿੰਡਾਂ ਦੇ ਲੋਕ ਆਗੂ ਹੋ ਕੇ ਚੱਲੇ। 13 ਜਾਮ ਸੋ ਚਲਤ ਬਿਤਾਏ। 13 ਪਹਿਰ ਚਲਦਿਆਂ ਬਤੀਤ ਕੀਤੇ ਤੁਰਕਾਂ ਨੇ। 14 ਮੇ ਮਹਿ ਗੁਰ ਨਿਅਰਾਏ। 14ਵੇਂ ਪਹਿਰ ਵਿੱਚ ਗੁਰੂ ਸਾਹਿਬ ਜੀ ਦੇ ਨੇੜੇ ਪੁੱਜ ਗਏ। ਮਹਾਸ਼ਰਮਤ ਅਰ ਛੁਦਤ ਵਿਸਾਲੇ। ਬਹੁਤ ਥੱਕੇ ਹੋਏ ਸਨ ਤੇ ਭੁੱਖੇ ਤਿਹਾਏ ਵੀ ਸਨ। ਹਰੇ ਚਰਨ ਕਰ ਲਾਗਤ ਪਾਲੇ। ਜਿਨ੍ਹਾਂ ਦੇ ਹੱਥ ਪੈਰ ਪਾਲੇ ਦੇ ਨਾਲ ਠਰੇ ਹੋਏ ਸਨ ਤੁਰਕਾਂ ਦੇ। ਤੀਨੋਂ ਕਾਰਨ ਤੇ ਤੁਰਕਾਨਾ। ਇਹ 3 ਕਾਰਨ ਸਨ। ਇੱਕ ਤਾਂ ਭੁੱਖੇ ਸਨ, ਇੱਕ ਥੱਕੇ ਹੋਏ ਸਨ, ਇੱਕ ਉਨਿੰਦਰੇ ਸਨ। ਨੀਂਦ ਵੀ ਪੂਰੀ ਨਹੀਂ ਹੋਈ ਸੀ। 3 ਕਾਰਨ ਸਨ। ਵਿਆਕੁਲ ਬਹੁ ਕਿਮ ਹੋਏ ਸਾਵਧਾਨਾ। ਬੜੇ ਵਿਆਕੁਲ ਹੋ ਰਹੇ ਸਨ, ਕਿਵੇਂ ਸਾਵਧਾਨ ਹੋਣ। ਲਲਾ ਬੇਗ ਯੁਤ ਸਭ ਸਰਦਾਰਾ। ਲੱਲਾ ਬੇਗ ਸਾਰੇ ਸਰਦਾਰਾਂ ਦੇ ਸਹਿਤ ਨਹਿਲਸ ਕਰ ਕੋ ਹਾਲ ਵਿਚਾਰਾ। ਆਪਣੀ ਲਸ਼ਕਰ ਸੈਨਾ ਦਾ ਹਾਲ ਵਿਚਾਰਿਆ ਕਿ ਬਹੁਤ ਬੁਰਾ ਹਾਲ ਹੈ ਸਾਡੀ ਫੌਜ ਦਾ। ਆਪ ਧਰੀ ਤਨ ਪਰ ਪੁਸਤੀਨ। ਲੱਲਾ ਬੇਗ ਨੇ ਆਪ ਸਰੀਰ ਦੇ ਉੱਪਰ ਪੁਸਤੀਨ ਧਾਰਨ ਕੀਤੀ, ਜੋ ਬਾਲਾਂ ਦੇ ਸਹਿਤ ਚਮੜੇ ਦਾ ਇੱਕ ਚੋਗਾ ਹੁੰਦਾ ਹੈ, ਉਹ ਪਾ ਲੈਂਦੇ ਹਨ। ਰਣ ਭੂਮੀ ਵਿੱਚ ਜੰਗ ਯੁੱਧ ਵੇਲੇ ਚਮੜੇ ਦਾ ਇੱਕ ਚੋਗਾ ਬਾਲ ਸਣੇ, ਉਸ ਨੂੰ ਪੁਸਤੀਨ ਆਖਦੇ ਹਨ। ਪੁਸਤੀਨ ਉੱਪਰ ਪਾਇਆ ਹੋਇਆ ਹੈ। ਤਿਆਰ ਕਰਾਏ ਖਾਨ ਕਰ ਲੀਨ। ਲੱਲਾ ਬੇਗ ਨੇ ਖਾਣਾ ਤਿਆਰ ਕਰਵਾ ਕੇ ਖਾਣਾ ਕੀਤਾ। ਅਪਰ ਸੁਬਟ ਜਿਸਨ ਲਰਬ ਆਗੇ। ਔਰ ਜਿਹੜੇ ਸੂਰਮੇ ਸਨ ਅੱਗੇ ਹੋ ਕੇ ਲੜਨ ਵਾਲੇ, ਤੀਨੋਂ ਕਾਰਨ 3 ਤਨ ਲਾਗੇ। 3 ਕਾਰਨ ਉਹਨਾਂ ਨੂੰ ਲੱਗੇ ਹੋਏ ਹਨ। ਇੱਕ ਥੱਕੇ ਹੋਏ ਹਨ, ਇੱਕ ਭੁੱਖੇ ਹਨ, ਫਿਰ ਉਨਿੰਦਰੇ ਹਨ। 3 ਕਾਰਨ ਹਨ ਤੁਰਕਾਂ ਦੇ ਵਿੱਚ। ਕਹਿ ਬੋ ਰਹੇ ਨਾ ਕਿਨਹੂ ਮਾਨੀ। ਬਹੁਤਾ ਕਹਿ ਰਹੇ ਹਨ ਕਿ ਥੋੜਾ ਆਰਾਮ ਕਰ ਲਈਏ, ਥੋੜਾ ਸਰੀਰ ਗਰਮ ਕਰ ਲਈਏ। ਭੁੱਖੇ ਵੀ ਹਾਂ, ਕੁਝ ਖਾਣਾ ਖਾ ਕੇ ਆਰਾਮ ਕਰ ਲਈਏ। ਪਰ ਲੱਲਾ ਬੇਗ ਨਹੀਂ ਮੰਨਿਆ, ਕਿਹਾ ਕਿ ਹੁਣ ਆਰਾਮ ਕਰਨ ਦਾ ਵੇਲਾ ਨਹੀਂ। ਕਰੈ ਸਿਗਰਤਾ ਬਹੁ ਸਾਹਿਬ ਖਾਨੀ। ਬਾਦਸ਼ਾਹ ਨੇ ਤਾਕੀਦ ਕੀਤੀ ਹੈ ਚੱਲਣ ਲੱਗਿਆ ਕਿ ਸੀਗਰਤਾ ਦੇ ਸਹਿਤ ਜਾ ਕੇ ਗੁਰੂ ਸਾਹਿਬ ਜੀ ਨੂੰ ਘੇਰ ਲਓ, ਫੜ ਲਓ।
ਦੇਰ ਨਹੀਂ ਕਰਨੀ। ਪਰਮ ਦੁਖੀ ਕਰ ਲਸ ਕਰ ਲਿਆਏ। ਬਹੁਤ ਦੁਖੀ ਕਰਕੇ ਤੁਰਕ ਸੈਨਾ ਲੈ ਕੇ ਆਇਆ ਲੱਲਾ ਬੇਗ। ਸੋ ਅਸਵਾਰਨ ਕੇ ਨਿਅਰਾਏ। ਔਰ ਉਹ ਅਸਵਾਰਾਂ ਦੇ ਨੇੜੇ ਆਏ। ਜਿਉ ਆਵਤ ਥੇ ਬਾਗ ਉਠਾਏ। ਔਰ ਜਿਵੇਂ ਬਾਗ ਲਗਾਮ ਫੜ ਕੇ ਆ ਰਹੇ ਸਨ। ਤਿਆਰ ਤੁਫੰਗਨ ਸਲਖ ਚਲਾਏ। ਔਰ ਬੰਦੂਕ 'ਚ ਗੋਲੀਆਂ ਭਰ ਕੇ ਇੱਧਰ ਸਿੱਖ ਸੂਰਮੇ ਤਿਆਰ ਬੈਠੇ ਸਨ। ਅਚਾਨਕ ਬੰਦੂਕਾਂ 'ਚੋਂ ਗੋਲੀਆਂ ਚਲਾਈਆਂ। ਕੜਾ ਕੜ ਜਬ ਇਕੱਠੀ ਛੋਰੀ। ਕੜਾ ਕਾੜ ਦੀ ਆਵਾਜ਼ ਹੋਈ, ਬੰਦੂਕ 'ਚੋਂ ਗੋਲੀਆਂ ਚੱਲੀਆਂ। ਗਿਰੇ ਕਿਤਾ ਕਰੇ ਪਲਾਗਤ ਗੋਰੀ। ਬੈਰੀਆਂ ਨੂੰ ਗੋਲੀ ਲੱਗੀ, ਕਈ ਤਾਂ ਡਿੱਗ ਪਏ। ਆਵਤ ਲਸ ਕਰ ਕੋ ਮੁਖ ਤੋਰਾ। ਤੁਰਕ ਸੈਨਾ ਨੂੰ ਆਉਂਦਿਆਂ ਦਾ ਮੂੰਹ ਮੋੜ ਦਿੱਤਾ। ਦਿਖਤ ਨ ਜਾਮਨ ਕੋ ਤਮ ਘੋਰਾ। ਔਰ ਕੁਝ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਰਾਤ ਦਾ ਗਾੜਾ ਹਨੇਰਾ ਹੈ। ਲਲਾ ਬੇਗ ਜਾਣਿਓ ਗੁਰ ਇਹਾ। ਲੱਲਾ ਬੇਗ ਨੇ ਜਾਣਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਹਨ। ਝਾਰ ਮਤਾਬੀ ਜਾਰੇ ਮਹਾ। ਮਤਾਬੀ ਝਾੜ ਆਦਿਕ ਜਲਾਉਣਾ ਕੀਤਾ। ਅਨਕ ਮਸਾਲ ਜਲਾਵਨ ਕੀਨੇ। ਔਰ ਸਿਪਾਹੀਆਂ ਨੂੰ ਕਹਿ ਕੇ ਬਹੁਤ ਸਾਰੀਆਂ ਮਸਾਲਾਂ ਜਲਵਾਈਆਂ। ਭਇਓ ਪ੍ਰਕਾਸ਼ ਦਿਸਨ ਤਮ ਹੀ ਨੇ। ਅੰਧਕਾਰ ਦੂਰ ਹੋਇਆ, ਮਸਾਲਾਂ ਜਦੋਂ ਜਗੀਆਂ ਕੁਝ ਦਿਸਣ ਲੱਗਿਆ। ਇਮ ਕੈ ਸਤਿਗੁਰ ਜੋਧ ਚੜਾਇਓ। ਇਉਂ ਕਹਿ ਕੇ ਸਤਿਗੁਰਾਂ ਨੇ ਜੋਧ ਰਾਏ ਨੂੰ ਚੜਾ ਕੇ ਭੇਜਿਆ। ਸੰਗੀ ਜਾਤੀ ਮਲਕ ਮਿਲਾਇਓ। ਜਾਤੀ ਮਲਕ ਨੂੰ ਨਾਲ ਰਲਾਇਆ ਜੋਧ ਰਾਏ ਦੇ। ਪਰੇ ਹੱਥ ਇਮ ਰਿਪ ਮਤ ਮੋਟੇ। ਔਰ ਬੁੱਧੀ ਦੇ ਮੋਟੀ ਬੁੱਧੀ ਵਾਲੇ ਬੈਰੀ ਸਨ ਜਿਹੜੇ, ਇਸ ਤਰ੍ਹਾਂ ਹੱਥ ਆ ਗਏ। ਜਿਮ ਪ੍ਰਾਪਤ ਮੈਦਾਨ ਸੋਹਟੇ। ਜਿਵੇਂ ਮੈਦਾਨ ਵਿੱਚ ਹਾਰੇ ਹੋਏ ਆਪਸ ਵਿੱਚ ਮਿਲਦੇ ਹਨ। ਛੁਦਤ ਸਰਮਤ ਬਹੁ ਨੀਂਦ ਦਬਾਏ। ਇੱਕ ਤਾਂ ਭੁੱਖੇ ਸਨ, ਇੱਕ ਥੱਕੇ ਸਨ, ਇੱਕ ਨੀਂਦ ਦੇ ਦਬਾਏ ਹੋਏ। ਪਾਰਾ ਪਰੇ ਠਰੇ ਕਰ ਪਾਏ। ਪਾਲਾ ਵੀ ਪੈ ਰਿਹਾ ਸੀ, ਹੱਥ ਪੈਰ ਸੁੰਨ ਹੋ ਗਏ, ਠਰੇ ਹੋਏ ਹਨ। ਜਾਹੋ ਬਾਜ ਸਮ ਬੇਗ ਬਡੇਰੇ। ਔਰ ਬਾਜ ਦੇ ਵਾਂਗ ਜਾ ਕਰਕੇ ਤੁਰਕਾਂ ਦੇ ਉੱਪਰ ਜਾ ਪਵੋ। ਹੱਥ ਹੋ ਤੁਰਕ ਜਨ ਲਵੇ ਬਟੇਰੇ। ਲਵੇ ਬਟੇਰੇ ਵਾਂਗ ਜਾ ਕਰਕੇ ਮਾਰ ਲਓ ਤੁਰਕਾਂ ਨੂੰ। ਲਵਾ ਇੱਕ ਛੋਟਾ ਪੰਛੀ ਹੁੰਦਾ ਹੈ, ਬਟੇਰੇ ਨਾਲੋਂ ਛੋਟਾ ਹੁੰਦਾ ਹੈ। ਲਵੇ ਬਟੇਰੇ ਵਾਂਗ ਉਹਨਾਂ ਦੇ ਉੱਪਰ ਬਾਜ ਵਾਂਗ ਜਾ ਕੇ ਪਵੋ। ਸਤਿਗੁਰ ਦੀਨੀ ਵਿਜੈ ਸੁਖੈਨ। ਸਤਿਗੁਰਾਂ ਨੇ ਸਾਨੂੰ ਸੁਖੈਨ ਹੀ ਵਿਜੈ ਦਿੱਤ ਬਖਸ਼ੀ ਹੈ। ਵਿਆਕੁਲ ਜੇਨ ਕੇਨ ਅਰਸੈਨ। और जैन कैन प्रकारेन सारी तुर्क सेना बहुत दुखी व्याकुल हो रही है। बृंद मसाला जोध अगारी। बहुत सारियां मसाला जोध राय दे अगे जल रही हन। गुर को हुक्म पाए कर जारी। गुरु साहिब जी दा हुक्म पा करके बहुत सारियां मसाला जगाइयां। जोध राय ने अपने सूरमैं नूं कह के गुर नगार ची को कह नामा। गुरु साहिब जी दा जो नगारची सी ओदा नाम लेके कहया। दैरे दैरे दी दमामा। बड़े नगारे नूं दैरे दैरे कह के बजावो। ਜਦੋਂ ਨਗਾੜਾ ਵੱਜਦਾ ਦਾਇਰੇ ਦਾਇਰੇ ਦੀ ਆਵਾਜ਼ ਹੁੰਦੀ ਹੈ। ਇਮ ਤੁਫੰਗ ਅਰ ਚਲਹਿ ਕਿਰਪਾਨਾ। ਇਸ ਤਰ੍ਹਾਂ ਬੰਦੂਕਾਂ 'ਚ ਗੋਲੀਆਂ ਚੱਲਦੀਆਂ ਨੇ, ਕਿਰਪਾਨਾਂ ਚੱਲਣ ਲੱਗੀਆਂ। ਸਰੋਣਤ ਅਵਨੀ ਬਹਿ ਮਹਾਨਾ। ਧਰਤੀ ਤੇ ਖੂਨ ਦੇ ਪਰਨਾਲੇ ਚੱਲ ਪਏ। ਦੋਹਰ ਚੋਬ ਧੌਂਸਾ ਤੁੰਕਾਰੇ। ਔਰ ਦੋਹਰੀ ਚੋਬ ਦੇ ਕਰਕੇ ਧੌਂਸਾ ਵੱਡਾ ਨਗਾੜਾ ਵਜਾਇਆ। ਵਧਿਓ ਵੀਰ ਰਸ ਭਟ ਲਲਕਾਰੇ। ਨਗਾਰੇ ਦੀ ਆਵਾਜ਼ ਸੁਣ ਕਰਕੇ ਵੀਰ ਰਸ ਦੇ ਨਾਲ ਸੂਰਮੇ ਭਰ ਗਏ। ਚੜਿਓ ਜੋਧ ਚਲ ਆਗੇ ਗਇਓ। ਜੋਧ ਰਾਏ ਗੁਰੂ ਸਾਹਿਬ ਜੀ ਦੀ ਆਸ਼ੀਰਵਾਦ ਲੈ ਕਰਕੇ ਚੜ ਕੇ ਚੱਲਿਆ ਤੁਰਕਾਂ ਦਾ ਵਿਨਾਸ਼ ਕਰਨ ਲਈ। ਦੋਹ ਦਿਸ ਮਾਰੂ ਬਾਜਤ ਪਇਓ। ਦੋਹਾਂ ਪਾਸਿਆਂ ਤੋਂ ਮਾਰੂ ਬਾਜੇ ਵੱਜਣ ਲੱਗੇ। ਭੁਜੰਗ ਪ੍ਰਿਆਤ ਛੰਦ ਦਮਾਮੇ ਬਜੇ ਬ੍ਰਿੰਦ ਭੇਰੀ ਪੁੰਕਾਰੇ। ਬਹੁਤ ਵੱਡੇ ਦਮਾਮੇ ਨਗਾੜੇ ਵੱਜੇ,
ਭੇੜੀਆਂ ਵੱਜੀਆਂ तुफंगन गोरी कसे फिर मारे ਔਰ ਬੰਦੂਕ 'ਚ ਦੋ ਦੋ ਗੋਲੀਆਂ ਇਕੱਠੀਆਂ ਠੋਕ ਕਰਕੇ ਪਾ ਕਰਕੇ ਫੇਰ ਮਾਰਦੇ ਹਨ। करे तेज घोरे अगारी तवाए ਘੋੜੇ ਨੂੰ ਤੇਜ਼ ਗਤੀ ਦੇ ਨਾਲ ਅੱਗੇ ਦੌੜਾਉਂਦੇ ਹਨ। किनू तीर मारे सोने जे परमाए ਕਈ ਤਾਂ ਤੀਰ ਮਾਰ ਕੇ ਕਈ ਨੇਜੇ ਘੁਮਾ ਕੇ ਚਲਾਉਂਦੇ ਹਨ। भये नेर शत्रु तकै ताहे मारै ਔਰ ਜਿਹੜੇ ਨੇੜੇ ਸ਼ਤਰੂ ਆਉਂਦੇ ਹਨ ਉਸ ਨੂੰ ਤੱਕ ਕਰਕੇ ਮਾਰਦੇ ਹਨ ਸਿੱਖ ਸੂਰਮੇ। लगै अंग जाके गिरै ना संभारै ਜਿਨ੍ਹਾਂ ਦੇ ਅੰਗਾਂ ਨੂੰ ਤੀਰ ਜਾਂ ਨੇਜੇ ਵੱਜਦੇ ਹਨ ਉਹ ਡਿੱਗ ਪੈਂਦੇ ਹਨ, ਆਪਣੇ ਆਪ ਨੂੰ ਸੰਭਾਲਦੇ ਨਹੀਂ ਹਨ। भयो भेड़ भारो निर्भय वीर बांके ਬਹੁਤ ਆਪਸ 'ਚ ਭੇੜ ਮਚਿਆ, ਆਪਸ 'ਚ ਜੁਟ ਗਏ ਔਰ ਨਿਰਭੈ ਹੋ ਕਰਕੇ ਬਾਂਕੇ ਵੀਰ ਜੋਧ ਰਾਏ ਦੇ ਤੁਰਕਾਂ ਨੂੰ ਮਾਰਨ ਲੱਗੇ। सहाई गुरु जान दौरे चला के ਬਹੁਤ ਚਲਾਕੀ ਦੇ ਨਾਲ ਦੌੜ ਦੌੜ ਕੇ ਤੁਰਕਾਂ ਨੂੰ ਮਾਰਨ ਲੱਗੇ ਕਿ ਸਾਡੇ ਨਾਲ ਗੁਰੂ ਅੰਗ ਸੰਗ ਹੈ, ਗੁਰੂ ਸਹਾਇਕ ਹੈ ਸਾਡਾ, ਗੁਰੂ ਦੀ ਕਿਰਪਾ ਹੈ, ਇਸ ਕਰਕੇ ਤੁਸੀਂ ਪਿਛਾਂ ਨਾ ਮੁੜੋ, ਪੈਰ ਜਮਾ ਕਰਕੇ ਅੱਗੇ ਵਧੋ। ਜੋਧ ਰਾਏ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਚਲਾਕੀ ਦੇ ਨਾਲ ਦੌੜ ਦੌੜ ਕੇ ਤੁਰਕਾਂ ਨੂੰ ਮਾਰਨ ਲੱਗਿਆ। उडी धूल गैनंग दूरे बृंद तारे ਜਦੋਂ ਧੂਲ ਉੱਡੀ ਆਕਾਸ਼ ਵਿੱਚ ਤਾਰੇ ਛਿਪ ਗਏ। मसाला करी मंद पे अंधिकारे ਮਸਾਲਾਂ ਦਾ ਜੋ ਪ੍ਰਕਾਸ਼ ਸੀ ਉਹ ਮੰਦ ਪੈ ਗਿਆ, ਅੰਧਕਾਰ ਫੇਰ ਹੋ ਗਿਆ। पलीते तुखे पुंज तोड़े लगाए ਬਹੁਤ ਸਾਰੇ ਤੋੜੇ ਲਗਾਏ, ਪਲੀਤੇ ਤੁਖਾਏ। मनोरैण भादों खद्यों तंग दिखाए ਮਨੋ ਭਾਦਰੋਂ ਦੀ ਰਾਤ ਵਿੱਚ ਟਿਟਾਣੇ ਦਿਸਦੇ ਹਨ। महानाद होयो सो बाजी हरेखा ਬਹੁਤ ਭਿਆਨਕ ਆਵਾਜ਼ ਹੋਈ ਔਰ ਬਾਜੀ ਘੋੜੇ ਜੜੇ ਹਿਣਕਣ ਲੱਗੇ। बंकै मार ली जैसो कोपंग विसेखा ਬੜੇ ਵੀਰ ਰਸ ਵਿੱਚ ਆ ਕੇ ਕਰੋਪ ਦੇ ਸਹਿਤ ਮਾਰ ਲਓ ਕਹਿਣ ਲੱਗੇ। नहीं जान दी जय गहो काट डारो ਕਿਸੇ ਤੁਰਕ ਨੂੰ ਜਾਣ ਨਹੀਂ ਦੇਣਾ, ਉਸ ਕਟਾ ਵੱਡੀ ਸ਼ੁਰੂ ਕਰ ਦਿਓ। चलो सामहो वीर शंका निवारो ਸ਼ੰਕਾ ਨਿਵਰਤ ਕਰਕੇ ਅੱਗੇ ਬਦਨਾ ਕਰੋ। बजा बृंद बाजे हका हक बोले ਔਰ ਬਹੁਤ ਸਾਰੇ ਮਾਰੂ ਬਾਜੇ ਵੱਜਦੇ ਹਨ, ਹੱਕਾ ਹੱਕ ਬੋਲਦੇ ਹਨ। भिड़े भेड़ पारे किते बंद टोला और कई भेड़ के आपस में और किते बंद टोलियां बन करके तुफंगान की मार माची विशाला बंदूकों की मार मैसी मची। गजंग के ठनंग के उठे ठोक जाला जदों गज दे नाल बंदूक च गोलियां ठोकदे न ठणकार दी आवाज हुंदी है। परैपुर कोरे धरा नाद ठाना घोड़ियां दे पैरां जदों पैर धरती ते ਵੱਜਦੇ ਹਨ ਤਾਂ ਉਸ ਵੇਲੇ ਬਹੁਤ ਭਿਆਨਕ ਆਵਾਜ਼ ਹੁੰਦੀ ਹੈ। मचो जंग पी मंगरी पू प्राण हाना ਬੜਾ ਭਿਆਨਕ ਯੁੱਧ ਮਚਿਆ, ਬੈਰੀਆਂ ਦੇ ਪ੍ਰਾਣ ਨਹਾਨ ਹੋਏ। चलावे कसै फेरे बारूद डाला ਔਰ ਬੰਦੂਕ 'ਚ ਗੋਲੀਆਂ ਭਰ ਕੇ ਚਲਾਉਂਦੇ ਹਨ, ਫੇਰ ਭਰਦੇ ਹਨ, ਬਾਰੂਦ ਪਾਉਂਦੇ ਹਨ। किता एक गोरी दो गोरी न काला ਕੋਈ ਇੱਕ ਗੋਲੀ ਕੋਈ ਦੋ ਗੋਲੀਆਂ ਇਕੱਠੀਆਂ ਠੋਕ ਕਰਕੇ ਬੰਦੂਕ ਚਲਾਉਂਦਾ ਹੈ। कला पे जड़े मोड़ तोड़े पखंते ਕਲਾ ਉੱਪਰ ਜੋੜ ਕਰਕੇ ਔਰ ਮੋੜ ਕਰਕੇ ਤੋੜੇ ਤੁਖਾਉਂਦੇ ਹਨ। धरै हाथ पे ताके शत्रु डबंते ਔਰ ਹੱਥ ਵਿੱਚ ਫੜ ਕੇ ਬੰਦੂਕ ਸ਼ਤਰੂਆਂ ਦਾ ਨਿਸ਼ਾਨਾ ਸਾਧ ਕਰਕੇ ਚਲਾਉਂਦੇ ਹਨ। पलीता पखै बृंद ज्वाला उगाला ਔਰ ਜਦੋਂ ਪਲੀਤੇ ਧੁਖਦੇ ਹਨ ਤੇ ਅਗਨੀ ਨਿਕਲਦੀ ਹੈ। चलै सूक गोरी तड़ाके उठाला ਸੂਕਦੀ ਹੋਈ ਗੋਲੀ ਜਦੋਂ ਜਾਂਦੀ ਹੈ ਤੜਾਕ ਤੜਾਕ ਦੀ ਆਵਾਜ਼ ਹੁੰਦੀ ਹੈ। लगै अंग पंग तुरंगान डाला ਔਰ ਜਿਨ੍ਹਾਂ ਦੇ ਅੰਗਾਂ ਨੂੰ ਗੋਲੀ ਵੱਜਦੀ ਹੈ ਅੰਗ ਭੰਗ ਹੋ ਜਾਂਦੇ ਹਨ। ਔਰ ਘੋੜੇ ਵੀ
ਜ਼ਖਮੀ ਹੋ ਕੇ ਡਿੱਗਦੇ ਹਨ। ਕਿਤੇ ਸੂਰ ਘਾਏ ਹਲਾ ਚਾਲ ਘਾਲੈ, कितने सूरमे मारे गए, हलचल मच गई। ਕਿਤੇ ਘਾਏ ਘੂਮੇ ਗਿਰੈ ਪੀਰ ਭੂਮੈ, कितने घायल हो करके भवाटड़ी खा के डिगदे हन ते कई जड़े हन ਜ਼ਖਮੀ होए तड़फदे हन। ਕਿਤੇ ਖਾਏ ਗੋਰੀ ਖਰੇ ਧੀਰ ਝੂਮੈ, कई गोली खा करके और झूमदे हन रण भूमि विच। ਸਵਈਆ यूं जब मार मची सो कनी, और इस प्रकार घनी मार मची, तब बेग लला सुध जान लड़ाई। तदों लड़ाई दी खबर जान लई लल्ला बेग सूबे ने। कंबर बेग समीप पिखियो बड़, और जदों बड़ा बली कंबर बेग जो लल्ला बेग दा छोटा भरा है अपने भरा कंबर बेग नूं कोल देखिया। बड़ वीर बली ते संग सुनाई, और वीर बांके और बली कंबर बेग नूं कह के सुनाया, भरात सुनो कमसान कनो, हे भरा सुन बड़ा कमसान युद्ध मच रहा है। रण होए रहो सबके अगवाई, और सारियां दे अगे बड़ा भयानक युद्ध हो रहा है। पान शराब करो कुछ थोरई, थोड़ा ही शराब पान करना, तो सिर पग करो अब ताई। क्योंकि तेरे सिर पग है, भाव तेरे सिर इज्जत है साढ़े सारे तुर्कां दी। तू बली है, तू शराब दा पान थोड़ा ही करी। आइस भरात बड़े की सुनी, बड़े भरा लल्ला बेग दी आज्ञा सुनी कंबर बेग ने। तब कंबर बेग ने बाक कहो, तदों कंबर बेग ने इस तरह कहया, क्या गुरसैन डरो जिस ते अब। और हुण गुरु साहब जी दे पास केड़ी सेना, किन्नी क सेना जो तुसी डर रहे हो। मार सबे निस अंत लह्यो, और रात बीतन तक मार के असी फतेह पा लवांगे। आप खुदाए ने बांध दियो, खुदा ने आप ਸਾਰਿਆਂ ਨੂੰ ਗੁਰੂ ਸਹਿਤ ਸਿੱਖਾਂ ਨੂੰ ਬੰਨ੍ਹ ਦਿੱਤਾ ਹੈ। ਬਿਨ ਤਰਾਸ ਤਰੇ ਇਸ ਥਾਨ ਰਹਿਓ, ਬਿਨਾਂ ਡਰ ਧਾਰੇ ਇਸ ਥਾਨ ਤੇ ਟਿਕੇ ਹੋਏ ਹਨ, ਭੱਜੇ ਨਹੀਂ ਹਨ। ਸਾਹੁ ਤੁਰੰਗਨ ਲੈ ਅਬ ਦੋਨੋ, ਬਾਦਸ਼ਾਹ ਦੇ ਦੋਨੇ ਘੋੜਿਆਂ ਨੂੰ ਲੈ ਕੇ ਹੁਣ ਜਾਏ ਮਿਲੈ ਗੁਰ ਲੇਹ ਗਹਿਓ। ਔਰ ਦੋਨੇ ਘੋੜਿਆਂ ਦੇ ਸਹਿਤ ਗੁਰੂ ਨੂੰ ਫੜ ਕੇ ਲੈ ਚੱਲਾਂਗੇ। ਸਾਹੁ ਕਰੈ ਬਖਸ਼ੀਸ ਮਹਾ, ਬਾਦਸ਼ਾਹ ਸਾਡੇ ਉੱਪਰ ਬਹੁਤ खुश होवेगा ते बख्शिशां देवेगा। जस फैल भरे सगलै तुरकाना, सारे तुरकाना भी साडा जस फैल जावेगा। 4000 ही सैन सुनी, 4000 ही सेना सुनी है गुरु साहब दे पास। 3000 गुरु साहब जी दी सेना, 1000 जोध राय दी सेना, कुल 4000 सेना है। हमरे टिकहेरो पुंज महाना, साडे पास महान बड़ी गिनती 35000 सेना है। आटे मैं लोन समान मिलावो, आटे विच लूण दे समान मिलिया होया जानो। कौन थिरै लड़बे अगवाना, अगे होके केड़ा बली है जो लड़ सके। एक गुरु सिख है हमरे 10, गुरु का एक सिख साढ़े 10 तुर्क हन। को बलवान जो होए नहाना, केड़ा ऐसा बली है जो 10 तुर्कां द्वारे मारिया ना जावे। पान शराब करे बहुती, और मना करन दे बावजूद भी कंबर बेग ने बहुती शराब पी लई। पिख बेग ललारण फेर उचारी, और जांदिया लल्ला बेग ने फिर यूं कहया, जोर परयो बहु कोर सुनै रब। और बहुत भयानक आवाज सुनाई दे रही है। ਇਹਦਾ ਮਤਲਬ ਬਹੁਤ ਕਮਸਾਨ ਯੁੱਧ ਹੋ ਰਿਹਾ ਹੈ ਅੱਗੇ। ਤੂੰ ਪ੍ਰਸਥਾਨੋ ਠੋਰ ਅਗਾਰੀ, ਤੁਸੀਂ ਰਣ ਭੂਮੀ ਵਿੱਚ ਜਾ ਕਰਕੇ ਸਨਮੁਖ ਜਿੱਥੇ ਜੰਗ ਹੋ ਰਿਹਾ ਉੱਥੇ ਜਾਣਾ ਕਰੋ। 7000 ਸੂਰ ਜੇ ਸੂਰ, 7000 ਘੋੜ ਸਵਾਰ ਆਪਣੇ ਨਾਲ ਲੈਣਾ ਕਰ। ਕਰੋ ਆਪਣੇ ਸੰਗ ਮੈਂ ਬਲ ਭਾਰੀ, ਜਿਹੜੇ ਭਾਰੀ ਬਲ ਵਾਲੇ ਹਨ 7000 ਤੁਰਕ ਸੈਨਾ ਆਪਣੇ ਨਾਲ ਲੈ ਕੇ ਜਾਵੋ। आगे को रोको जाए बिलोक हो, ਅੱਗਾ ਜੋ ਰੋਕਿਆ ਹੋਇਆ ਸਿੱਖਾਂ ਨੇ ਉੱਥੇ ਜਾ ਕਰਕੇ
मुस्तैद होकर के जंग करो। रोर महा किम होत पुकारी, और किवें रौला पै रहा, किवें पुकारा कर रहे हन। भरात की आय समान चलियो, कंबर बेग बड़े भरा लल्ला बेग दी आग्या मन करके चल पिया। ਉਹ ਪਾਨ ਸੁਰਾ ਕਰ ਵੀਰ ਹੰਕਾਰੀ, बहुती शराब पी करके हंकारी हो गए। ਕੰਚਰ ਬੇਗ ਨੇ ਬੇਗ ਕਰਿਓ ਉਦਬੇਗ, और कंबर बेग ने बहुत उद्वेग बड़ी शीघ्रता की थी। ਸੋ ਬੇਗ ਲਲਾ ਨ ਸਹਾਰੀ, बेग लल्ला बेग दी गल सहार ना सकिया। जदों बंगार के कहा लल्ला बेग ने अपने छोटे भरा कंबर बेग नूं, कंबर बेग सहार ना सकिया, छेती चल पिया। ਦੀਹ ਦਮਾਮੇ ਸਮੂਹ ਬਜੇ, सारे दमामे नगाड़े इको बेरी बज उठे। ਦਲ 7000 ਚਲੇ ਬਲ ਭਾਰੀ, 7000 तुर्क दल नाल चल पिया। ਹੇਲਾ ਪੁਕਾਰਤੇ ਗੋਰਨ ਮਾਰਤ, हल्ला बोल करके गोलियां चलाउण लगे। ਤੋਮਰ ਧਾਰਤ ਆਏ ਅਗਾਰੀ, तोमर बरछियां धार के अगे आए। ਸ੍ਰੀ ਹਰਿ ਗੋਬਿੰਦ ਧੀਰ ਬਲੀਵਰ, और श्रेष्ठ गुरु साहब जी महान योद्धे धीरजबान। बर ਵੀਰ ਸਮੀਰ ਕੇ ਸੰਗ ਬਖਾਨਾ, और हवा दे वीर दे ताई एवं कहा गुरु साहब जी ने, ਆਏ ਸਹਾਇਕ ਹੋਏ ਅਬੈ, ऐ हवा दे वीर आके सहायक होवो। ਲਗ ਸੈਲ ਹਿਮਾਲ ਹੈ ਸੀਤ ਮਹਾਨਾ, हिमालय पर्वत दे नाल लग के ऐसी ठंड बरताओ, ऐसी तेज ठंडी हवा चलाओ। ਸਤੁਰਨ ਕੇ ਤਨ ਸੀਤ ਕਰੋ, और शत्रुआं दे शरीर नूं ਠਾਰ ਦਿਓ, ठंडा कर दियो तेज हवा चला के। ਜਿਨ ਤੇ ਨ ਬਨੈ ਕੁਛ ਹਵੈ ਠਰਵਾਨਾ, ਉਹ ਇੰਨੇ ਠਰ ਜਾਣ ਕੇ ਉਹਨਾਂ ਦੇ ਹੱਥ ਨਾ ਉੱਠਣ, ਉਹਨਾਂ ਤੋਂ ਕੁਝ ਵੀ ਨਾ ਬਣ ਸਕੇ। ਕੰਪ ਉਠੈ ਸਭ ਕੇਰ ਸਰੀਰ, ਸਾਰੇ ਤੁਰਕਾਂ ਦੇ ਸਰੀਰ ਕੰਬ ਉੱਠਣ। ਧੀਰਜ ਬੀਰਜ ਕੋ ਕਰਹਾਨਾ, ਉਹਨਾਂ ਦੇ ਧੀਰਜ ਨੂੰ ਨਾਸ ਕਰ ਦਿਓ, ਬਲ ਪਰਾਕਰਮ ਵੀ ਹਾਨ ਕਰ ਦਿਓ। ਆਇ ਸਿਪਾਹੀ ਚਲਿਓ ਹਰ ਖਾਏ, ਹਵਾ ਦਾ ਵੀਰ ਆਗਿਆ ਪਾ ਕਰਕੇ ਪ੍ਰਸੰਨ ਹੋ ਕਰਕੇ ਚੱਲਿਆ। ਲਗਿਓ ਹਿਮਸੈਲ ਕੇ ਜਾਏ ਸਥਾਨਾ, ਹਵਾ ਦਾ ਵੀਰ ਹਿਮਾਲय ਪਰਬਤ ਦੇ ਨਾਲ ਜਾ ਲੱਗਿਆ। ਸੀਤ ਕੋ ਲਿਆਏ ਬਹਿਓ ਇਤ ਆਏ, ਔਰ ਠੰਡ ਆਪਣੇ ਨਾਲ ਲੈ ਕਰਕੇ ਆਇਆ। ਜਹਾਂ ਰਣ ਥਾਏ ਲਰੈ ਤੁਰਕਾਨਾ, ਜਿੱਥੇ ਤੁਰਕਾਨਾ ਸਾਰਾ ਅੱਗੇ ਹੋ ਕੇ ਲੜ ਰਿਹਾ ਸੀ। ਲਗਿਓ ਸਰੀਰਨ ਧੀਰ ਤਜੀ, ਜਦੋਂ ਠੰਡੀ ਹਵਾ ਲੱਗੀ ਤੁਰਕਾਂ ਦੇ ਸਰੀਰਾਂ ਨੂੰ ਉਹਨਾਂ ਨੇ ਧੀਰਜ ਤਿਆਗ ਦਿੱਤੀ। ਠਰ ਭੂਰ ਭਇਓ ਬੜ ਸੀਤ ਕੋ ਮਾਨਾ, ਔਰ ਬੜੇ ਹੀ ਭੈਭੀਤ ਹੋਏ, ਬਹੁਤ ਠੰਡ ਔਰ ਸੀਤ ਮੰਨਿਆ। ਹਾਥ ਕੀ ਆਂਗੁਰੀ ਨਾਹਿ ਖੁਲੈ, ਹੱਥ ਦੀਆਂ ਉਂਗਲੀਆਂ ਨਹੀਂ ਖੁੱਲਦੀਆਂ। ਮੁਖ ਦੰਤ ਬਜੈ ਬਲਹੀਨ ਅਜਾਨਾ, ਬਲਹੀਨ ਹੋ ਗਏ ਅਣਜਾਣ ਤੁਰਕ, ਦੰਦੀਆਂ ਵੱਜਣ ਲੱਗੀਆਂ। ਚੀਰ ਤੇ ਛਾਦ ਸਰੀਰਨ ਕੋ, ਕੱਪੜੇ ਦੇ ਨਾਲ ਆਪਣਾ ਸਾਰਾ ਸਰੀਰ ਢੱਕ ਲਿਆ ਠੰਡ ਤੋਂ ਬਚਣ ਵਾਸਤੇ। ਜੁਗ ਹਾਥਨ ਦੇਤ ਹੈ ਕਾਂਖ ਮਝਾਰਾ, ਦੋਵੇਂ ਹੱਥਾਂ ਨੂੰ ਕੱਛਾਂ 'ਚ ਦੇ ਕਰਕੇ, ਜਿਵੇਂ ਪਾਲੇ ਦੇ ਨਾਲ ਠਰਦਾ ਬੰਦਾ ਕੱਛਾਂ 'ਚ ਹੱਥ ਦੇ ਕੇ ਰੱਖਦਾ ਹੈ, ਇਸ ਤਰ੍ਹਾਂ ਇਹ ਠੰਡ ਤੋਂ ਬਚਣ ਵਾਸਤੇ ਦੋਨੇ ਹੱਥ ਕੱਛਾਂ 'ਚ ਦੇ ਰਹੇ ਹਨ। ਕੌਣ ਤੁਫਾਂਗ ਚਲਾਏ ਸਕੈ, ਕਿਹੜਾ ਤੁਰਕ ਬੰਦੂਕ 'ਚ ਗੋਲੀਆਂ ਚਲਾ ਸਕਦਾ ਹੈ। ਛੁੱਟ ਬਾਗ ਗਈ ਨਾ ਕੀ ਕਾਨ ਸੰਭਾਰਾ, ਔਰ ਉਹ ਕੋਈ ਗੋਲੀ ਕਿਵੇਂ ਚਲਾ ਸਕਦਾ ਹੈ। ਔਰ ਬਾਗ ਵਿੱਚ ਲਗਾਮ ਵੀ ਛੁੱਟ ਗਈ ਹੱਥੋਂ, ਹੱਥ ਕੰਬਦੇ ਹਨ, ਠਰੇ ਹੋਏ ਹਨ, ਔਰ ਘੋੜੇ ਵੀ ਸੰਭਾਲੇ ਨਹੀਂ ਜਾਂਦੇ। ਕੰਪਤ ਹੈ ਤਨ ਹੋਤ ਨਹੀਂ, ਔਰ ਉਹਨਾਂ ਦੇ ਸਰੀਰ ਕੰਬਦੇ ਹਨ। ਕਛ ਆਏ ਪਿਰੇ ਮੁਖ ਬੋਲ ਉਚਾਰਾ, ਔਰ ਨੇੜੇ ਆ ਕਰਕੇ ਉੱਚੀ ਬੋਲ ਬੋਲਦੇ ਹਨ, ਆਪਸ 'ਚ ਬੰਗਾਰਦੇ ਹਨ ਇੱਕ ਦੂਜੇ ਨੂੰ। ਕੰਬਰ ਬੇਗ ਪਇਓ ਰਣ ਸੰਮੁਖ, ਕੰਬਰ ਬੇਗ ਰਣ ਭੂਮੀ ਦੇ ਸਨਮੁਖ ਹੋਇਆ। ਹੋਏ ਤੁਫਾਂਗਨ ਕੇ ਕੜਕਾਰਾ, ਔਰ ਬੰਦੂਕਾਂ 'ਚੋਂ
ਕੜਾ ਕਾੜ ਦੀ ਆਵਾਜ਼ ਕੀਤੀ ਗੋਲੀਆਂ ਚਲਾ ਕੇ। 7,000 ਕੀ ਭੀੜ ਆਈ ਜਬ, ਜਦੋਂ 7,000 ਦੀ ਭੀੜ ਆਈ ਤੁਰਕਾਂ ਦੀ, ਜੋਧ ਨੇ ਜੋਰ ਭਰਿਓ ਤਬ ਜਾਨਾ। ਜੋਧ ਰਾਏ ਨੇ ਦੇਖਿਆ ਤੁਰਕਾਂ ਦਾ ਹੁਣ ਜ਼ੋਰ ਪੈ ਗਿਆ। ਸਾਹੋ ਸਲੇਮ ਸੁਭਰਾਤ ਹੁਤੋ, ਜੋਧ ਰਾਏ ਦਾ ਛੋਟਾ ਭਰਾ ਸਲੇਮ ਸ਼ਾਹ ਨੇੜੇ ਸੀ। ਬਲਵਾਨ ਕੇ ਸਾਥ ਸੁਬਾਕ ਬਖਾਨਾ, ਜੋ ਬਲਵਾਨ ਸਲੇਮ ਸ਼ਾਹ ਸੀ ਆਪਣੇ ਭਰਾ ਸਲੇਮ ਸ਼ਾਹ ਦੇ ਤਾਈ ਜੋਧ ਰਾਏ ਨੇ ਇਉਂ ਕਹਿਆ, ਮਾਰ ਤੁਫੰਗਣ ਭੰਗ ਕਰੋ। ਬੰਦੂਕ 'ਚ ਗੋਲੀਆਂ ਮਾਰ ਕਰਕੇ ਤੁਰਕਾਂ ਦੇ ਅੰਗ ਭੰਗ ਕਰੋ। ਇਹ ਆਵਤ ਅਗਰ ਵਧਿਓ ਤੁਰਕਾਨਾ, ਇਹ ਸਾਰਾ ਤੁਰਕਾਨਾ ਅੱਗੇ ਵੱਧਦਾ ਹੁੰਦਾ ਹੈ। ਪੰਜ ਸੈ ਲੇਹੁ ਪਵੰਗਮ ਸੰਗ, 500 ਘੁੜਸਵਾਰ ਆਪਣੇ ਨਾਲ ਲੈਣਾ ਕਰੋ। ਉਠਾਏ ਕੇ ਬਾਗ ਕਰੋ ਕਮਸਾਨਾ, ਔਰ ਲਗਾਮ ਫੜ ਕੇ ਘੋੜੇ ਦੀ ਕਮਸਾਨ ਯੁੱਧ ਮਚਾਓ, ਅੱਗੇ ਹੋ ਕੇ ਤੁਰਕਾਣਾ ਦਾ ਨਾਸ਼ ਕਰੋ। ਸੋ ਸਾਧ ਸੰਗਤ ਜੀ, ਇੱਥੇ ਸਮਾਂ ਸਮਾਪਤ ਹੈ। ਕਥਾ ਵਿਰਾਮ ਤੇ ਆ ਗਈ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੋ ਆਓ 2 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਉਪਰੰਤ ਸਮਾਪਤੀ ਹੈ। ਊਠਤ ਬੈਠਤ ਸੋਵਕ ਜਾਗਤ ਗੁਰ ਮੰਤਰ ਹਿਰਦੈ ਚਿਤਾਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰ ਮੰਤਰ ਨੂੰ ਸਵਾਸ ਸਵਾਸਾਂ ਦੇ ਨਾਲ ਮਿਲਾ ਕਰਕੇ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਜਪਣਾ। ਫਿਰ ਬਿਨ ਜਿਹਵਾ ਜੋ ਜਪੈ ਹਿਆਏ, ਬਿਨਾ ਜ਼ਬਾਨ ਹਿਲਾਏ ਅਜੱਪਾ ਜਾਪ ਵਾਹਿਗੁਰੂ ਗੁਰ ਮੰਤਰ ਦਾ ਅਖੰਡ ਜਾਪ ਕਰਨਾ, ਕੋਈ ਰਸਨਾ ਵਾਂਝੀ ਨਾ ਰਹੇ। 2 ਮਿੰਟ ਹਾਜ਼ਰੀ ਲਾਈਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਮਾਰ ਤੁਫੰਗਨ ਭੰਗ ਕਰੋ ਇਹ ਆਵਤ ਅਗਰ ਬਧਿਓ ਤੁਰਕਾਨਾ। ਪੰਜ ਸੈ ਲੇਹੁ ਪਵੰਗਮ ਸੰਗ ਉਠਾਏ ਕੇ ਬਾਗ ਕਰੋ ਕਮਸਾਨਾ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।